डी स्टूडेंट्स ਅਸੀਂ ਪੜ੍ਹ ਰਹੇ ਸੀ ਡਬਲ ਐਂਡ ਟ੍ਰਿਪਲ ਇੰਟੀਗਰਲ। ਅੱਜ ਅਸੀਂ ਪੜਾਂਗੇ ਏਰੀਆ ਬਾਈ ਯੂਜ਼ ਆਫ ਡਬਲ ਇੰਟੀਗ੍ਰੇਸ਼ਨ। ਅਸੀਂ ਵਿਦ ਦੀ ਹੈਲਪ ਆਫ ਡਬਲ ਇੰਟੀਗ੍ਰੇਸ਼ਨ ਅਸੀਂ ਕਿਸੇ ਰੀਜਨ ਦਾ ਏਰੀਆ ਕਿਵੇਂ ਫਾਈਂਡ ਕਰ ਸਕਦੇ ਹਾਂ। ਸਪੋਜ਼ ਸਾਡੇ ਕੋਲ ਰੀਜਨ ਹੈ, ਰੀਜਨ containing all the points of x by xy points such that x lies between a and b and y lies between f(x1) f1x and f2x। then ਸਾਡਾ ਏਰੀਆ ਹੋਏਗਾ ਡਬਲ ਇੰਟੀਗਰਲ x ਦੀਆਂ ਲਿਮਿਟਸ ਹੋਣਗੀਆਂ ਕੌਂਸਟੈਂਟ ਫਰੋਮ a to b and y ਦੀਆਂ ਲਿਮਿਟਸ ਹੋਣਗੀਆਂ ਫਰੋਮ f1x to f2x dy dx। ਦਿਸ ਵਿਲ ਦਾ ਏਰੀਆ ਆਫ ਦੀ ਰੀਜਨ। ਸਿਮਿਲਰਲੀ ਜੇਕਰ ਸਾਡੇ ਕੋਲ y ਦੀਆਂ ਲਿਮਿਟਸ ਕੌਂਸਟੈਂਟ ਨੇ, x ਦੀਆਂ ਲਿਮਿਟਸ ਵੇਰੀਏਬਲ ਨੇ, ਸਾਡੇ ਕੋਲ ਏਰੀਆ ਹੋਏਗਾ ਏਰੀਆ ਇੰਟੀਗ੍ਰੇਸ਼ਨ ਡਬਲ ਇੰਟੀਗਰਲ ਫਰੋਮ c to d g1 y to g2 y dx dy। ਜੇ ਸਾਡੇ ਕੋਲ ਜਿਹੜਾ ਹੈ ਕਰਵ ਰੀਜਨ ਜਿਹੜਾ ਹੈ ਉਸਦੀ ਇਕੁਏਸ਼ਨ ਦਿੱਤੀ ਹੋਈ ਹੈ ਕਰਵ ਦੀ in terms of polar coordinates and suppose that theta lies between alpha to beta and r lies from f1 theta to f2 theta, then area will be equal to integral alpha to beta f1 theta to f2 theta r dr d theta। ਇਹ ਤਾਂ ਹੋ ਗਈਆਂ ਥੀਟਾ ਦੀਆਂ ਲਿਮਿਟਸ ਕੌਂਸਟੈਂਟ ਸੀ, ਆਰ ਦੀਆਂ ਲਿਮਿਟਸ ਵੇਰੀਏਬਲ। ਜੇਕਰ ਆਰ ਦੀਆਂ ਲਿਮਿਟਸ ਕੌਂਸਟੈਂਟ ਨੇ ਐਂਡ ਥੀਟਾ ਦੀਆਂ ਲਿਮਿਟਸ ਵੇਰੀਏਬਲ ਨੇ, ਸਾਡੇ ਕੋਲ ਏਰੀਆ ਹੋਏਗਾ r1 to r2 g1 r2 g2 r theta r d theta dr। These are the formulas for the areas of region by using double integration। ਅਸੀਂ ਸਰਕਲ ਦਾ ਏਰੀਆ ਫਾਈਂਡ ਕਰਨਾ ਹੈ ਯੂਜ਼ਿੰਗ ਡਬਲ ਇੰਟੀਗ੍ਰੇਸ਼ਨ। ਸਰਕਲ ਦੀ ਇਕੁਏਸ਼ਨ ਸਾਡੇ ਕੋਲ ਇਹ ਹੈ x ਸਕੁਅਰ ਪਲਸ y ਸਕੁਅਰ ਇਜ਼ ਇਕੁਅਲ ਟੂ a ਸਕੁਅਰ। ਇਹ ਐਕਸਿਸ ਦੇ ਅਬਾਊਟ ਸਿਮੈਟ੍ਰੀਕਲ ਹੁੰਦਾ ਹੈ, ਤਾਂ ਇਹਦਾ ਮਤਲਬ ਹੋਇਆ ਕਿ ਅਸੀਂ ਫਸਟ ਕੁਆਡਰੈਂਟ ਦੇ ਵਿੱਚ ਅਸੀਂ ਏਰੀਆ ਕੱਢ ਦਈਏ ਤੇ ਉਸਨੂੰ 4 ਨਾਲ ਮਲਟੀਪਲਾਈ ਕਰਾਂਗੇ। ਫਸਟ ਕੁਆਡਰੈਂਟ ਦੇ ਵਿੱਚ ਸਰਕਲ ਜਿਹੜਾ ਹੈ ਉਸਦਾ ਏਰੀਆ 1/4 ਹੋਏਗਾ, ਤਾਂ ਟੋਟਲ ਏਰੀਆ ਅਸੀਂ 4 ਨਾਲ ਮਲਟੀਪਲਾਈ ਕਰਾਂਗੇ। 4 ਇੰਟੂ ਇਸ ਦੇ ਵਿੱਚ r ਵੇਰੀਜ਼ ਫਰੋਮ 0 ਟੂ a। ਸਪੋਜ਼ ਇਸ ਦਾ ਰੇਡੀਅਸ a ਹੈ, a ਪੁਆਇੰਟ a0 ਹੋਏਗਾ। ਦੈਨ x ਦੀਆਂ ਲਿਮਿਟਸ 0 ਟੂ a ਹੋ ਗਈਆਂ ਤੇ ਐਂਡ ਫਰੋਮ ਦਿਸ ਇਕੁਏਸ਼ਨ y ਵਿਲ ਬੀ ਇਕੁਅਲ ਟੂ a ਸਕੁਅਰ ਮਾਈਨਸ x ਸਕੁਅਰ ਅਨਰੂਟ। ਤਾਂ y varies from 0 to ਅੰਡਰੂਟ ਆਫ x a ਸਕੁਅਰ ਮਾਈਨਸ x ਸਕੁਅਰ। ਤਾਂ ਪਹਿਲਾਂ ਅਸੀਂ ਕਿਉਂਕਿ y ਦੀਆਂ ਲਿਮਿਟਸ ਵੇਰੀਏਬਲ ਹਨ, ਅਸੀਂ ਵਿਦ ਰਿਸਪੈਕਟ ਟੂ y ਇੰਟੀਗ੍ਰੇਟ ਕਰਦੇ ਹਾਂ ਤੇ ਵਿਦ ਰਿਸਪੈਕਟ ਟੂ y ਇੰਟੀਗ੍ਰੇਸ਼ਨ ਕਰਾਂਗੇ ਤਾਂ dy ਦਾ ਇੰਟੀਗ੍ਰੇਸ਼ਨ y ਆਏਗਾ। ਅੱਪਰ ਤੇ ਲੋਅਰ ਲਿਮਿਟਸ ਪੁੱਟ ਕਰੀਏ, ਅੱਪਰ ਲਿਮਿਟ ਸਾਡੇ ਕੋਲ a ਆ ਰਹੀ, ਲੋਅਰ ਲਿਮਿਟ 0 ਹੈ, ਸਾਡੇ ਕੋਲ a ਇਸ ਦੀ ਇੰਟੀਗ੍ਰੇਸ਼ਨ ਦੀ ਵੈਲਿਊ ਆ ਗਈ। ਹੁਣ ਅਸੀਂ ਅਗੇਨ ਇੰਟੀਗ੍ਰੇਟ ਕਰਦੇ ਹਾਂ ਤਾਂ ਇਸ ਇੰਟੀਗ੍ਰੇਸ਼ਨ ਦੇ ਵਿੱਚ ਅਸੀਂ ਅੱਪਰ ਲਿਮਿਟ ਲਵਾਂਗੇ a ਤੇ ਲੋਅਰ ਲਿਮਿਟ ਲਵਾਂਗੇ 0। ਇਹ ਅਸੀਂ ਵਿਦ ਰਿਸਪੈਕਟ ਟੂ x ਕਰ ਰਹੇ ਹਾਂ, 0 ਟੂ a x ਦੀਆਂ ਲਿਮਿਟਸ ਨੇ ਇੰਟੀਗ੍ਰੇਸ਼ਨ ਦੀਆਂ। ਤਾਂ ਵੈਲਿਊਸ ਪੁੱਟ ਕਰਨ ਤੋਂ ਬਾਅਦ ਸਾਡੇ ਕੋਲ ਇਸ ਦੀ ਜਿਹੜੀ ਵੈਲਿਊ ਆ ਰਹੀ ਹੈ ਪਾਈ a ਸਕੁਅਰ ਵਿਚ ਇਜ਼ ਦਾ ਏਰੀਆ ਆਫ ਦਾ ਸਰਕਲ। ਨੈਕਸਟ ਹੈ ਫਾਈਂਡ ਦਾ ਏਰੀਆ ਇਨਕਲੋਜ਼ਡ ਯੂਜ਼ਿੰਗ ਡਬਲ ਇੰਟੀਗ੍ਰੇਸ਼ਨ ਬਾਈ ਦਾ ਐਲਿਪਸ। ਐਲਿਪਸ ਦੀ ਇਕੁਏਸ਼ਨ ਹੈ x ਸਕੁਅਰ ਅਪੋਨ a ਸਕੁਅਰ ਪਲਸ y ਸਕੁਅਰ ਅਪੋਨ b ਸਕੁਅਰ ਇਜ਼ ਇਕੁਅਲ ਟੂ 1। ਕਿਉਂਕਿ ਦਿਸ ਕਰਵ ਇਜ਼ ਆਲਸੋ ਸਿਮੈਟ੍ਰੀਕਲ ਅਬਾਊਟ x ਐਕਸਿਸ y ਐਕਸਿਸ, ਬੋਥ ਐਕਸਿਸ ਦੇ ਅਬਾਊਟ ਸਿਮੈਟ੍ਰੀਕਲ ਹੈ। ਤਾਂ ਅਸੀਂ ਇਸ ਦਾ ਏਰੀਆ ਫਸਟ ਕੁਆਡਰੈਂਟ ਦੇ ਵਿੱਚ ਫਾਈਂਡ ਕਰਦੇ ਹਾਂ। ਇਹ ਸਾਡੀ ਐਲਿਪਸ ਦੀ ਇਕੁਏਸ਼ਨ ਹੈ। ਫਸਟ ਕੁਆਡਰੈਂਟ ਦੇ ਵਿੱਚ ਅਸੀਂ ਦਾ ਏਰੀਆ ਫਾਈਂਡ ਕਰਦੇ ਹਾਂ ਤਾਂ ਇਸ ਨੂੰ 4 ਨਾਲ ਮਲਟੀਪਲਾਈ ਕਰਾਂਗੇ ਤਾਂ ਟੋਟਲ ਏਰੀਆ ਆਫ ਦਾ ਐਲਿਪਸ ਆ ਜਾਏਗਾ। ਤਾਂ ਫਸਟ ਕੁਆਡਰੈਂਟ ਦੇ ਵਿੱਚ ਕਿਉਂਕਿ ਜੇ y ਇਕੁਅਲ ਟੂ 0 ਕਰੀਏ ਤਾਂ x ਵੇਰੀਜ਼ ਫਰੋਮ 0 ਟੂ a। ਜੇ ਅਸੀਂ y ਇਕੁਅਲ ਟੂ 0 ਪੁੱਟ ਕਰਦੇ ਹਾਂ ਤਾਂ x ਦੀਆਂ ਵੈਲਿਊ ਜਿਹੜੀਆਂ ਹੈਗੀਆਂ 0 ਟੂ a ਆਉਣਗੀਆਂ ਤੇ y ਦੀ ਵੈਲਿਊ ਕੀ ਆਏਗੀ b ਅਪੋਨ a ਅੰਡਰੂਟ ਆਫ a ਸਕੁਅਰ x ਸਕੁਅਰ। ਯਾਨੀ ਕਿ y ਵੇਰੀਜ਼ ਫਰੋਮ 0 ਟੂ this curved line, यानी कि curve which gives the value y is equal to b upon a and root of a square x square। इस इक्वेशन ऑफ एलिप्स ਦੇ ਵਿੱਚੋਂ y ਦੀ ਵੈਲਿਊ ਕੱਢੀ ਹੈ। x ਦੀਆਂ ਲਿਮਿਟਸ ਕੌਂਸਟੈਂਟ ਨੇ, y ਦੀਆਂ ਲਿਮਿਟਸ ਵੇਰੀਏਬਲ ਨੇ। ਅਸੀਂ ਵਿਦ ਰਿਸਪੈਕਟ ਟੂ y ਪਹਿਲਾਂ ਇੰਟੀਗ੍ਰੇਟ ਕਰਾਂਗੇ। dy ਦਾ ਇੰਟੀਗ੍ਰੇਸ਼ਨ y ਆਏਗਾ, ਅੱਪਰ ਤੇ ਲੋਅਰ ਲਿਮਿਟਸ ਪੁੱਟ ਕਰੋ, ਉਸ ਤੋਂ ਬਾਅਦ ਅਗੇਨ ਇੰਟੀਗ੍ਰੇਟ ਕਰੋ ਵਿਦ ਰਿਸਪੈਕਟ ਟੂ x ਐਂਡ ਬਾਈ ਪੁੱਟਿੰਗ ਦਾ ਅੱਪਰ ਐਂਡ ਲੋਅਰ ਵੈਲਿਊਜ਼। ਸਾਡੇ ਕੋਲ ਇਸ ਦੀ ਜਿਹੜਾ ਏਰੀਆ ਹੈ ਉਹ ਪਾਈ ਇੰਟੂ ਏ ਬੀ ਆ ਰਿਹਾ ਹੈ।
नेक्स्ट है वी हैव टू फाइंड द एरिया इनक्लोज्ड बाय द पैराबोला y स्क्वायर इज इक्वल टू 4x एंड x स्क्वायर इज इक्वल टू 4ay। तो इस दोनों पैराबोला द्वारा जो इनक्लोज्ड एरिया होएगा असी फाइंड करना है। दोनों इक्वेशन जिहड़ियां दित्तियां होईयां असी प्लॉट करिए, साडे कोल इस तरह का प्लॉट आएगा। तो ये जो शिल्ड एरिया है असी वो फाइंड करना है। सानू पता है कि ये साडा पॉइंट ऑफ इंटरसैक्शन है 4a। तो असी x दियां लिमिट्स लैने जी सॉल्व करिए दोनों इक्वेशन में। एक्स दियां लिमिट्स x इक्वल टू 0 तो x इक्वल टू 4a आएगा। ये x दियां लिमिट्स हो गई, बट y दियां लोअर लिमिट्स ते अपर लिमिट्स दोनों ही वेरीएबल रहनगियां। ये असी देखिए इस एरिया की लोअर लिमिट भी वेरी करती है तो अपर लिमिट भी, क्यों करवड है तो करवड लाइन होने करके दोनों वेरीएबल लिमिट्स होणगियां। लोअर लिमिट लवांगे असी इस करव तो, ये करव की एक ये अपवर्ड पैराबोला है। अपवर्ड पैराबोला साडे कोल ए है, इस तो साडे कोल एक्स की लिमिट आ गई ए। तो सैकेंड जिहड़ा राइट हैंडड पैराबोला है, इस तो साडे कोल सॉरी अपवर्ड पैराबोला साडे कोल लोअर लिमिट आएगी। इस राइट हैंडड पैराबोला साडे कोल वाई की अपर लिमिट आएगी। वाई की अपर लिमिट आएगी तो वाई विल बी इक्वल टू अंडर रूट ऑफ 4ax। असी इस तो वाई की वैल्यू कढ़ीए तो साडे कोल ये वाई दी लिमिट्स आउणगियां। ये साडे कोल एक्स इक्वल टू 0 to 4 ये साडे कोल एक्स दी लिमिट्स आउणगियां। तो असी इंडिट करिए एक्स दी लिमिट्स इन तो वाई दी लिमिट्स dy dx। क्योंकि वाई दी लिमिट्स वेरीएबल ने असी विद रिस्पैक्ट टू वाई पहला इंडिट करते हैं। dy दा इंटीग्रेशन वाई अपर तो लोअर लिमिट्स पुट करो, साडे कोल ए आ गया। इसनू अगेन इंडिट करो विद रिस्पैक्ट टू एक्स एंड असी पुट करते हैं अपर तो लोअर लिमिट्स, साडे कोल 16a² दिस इज द वैल्यू ऑफ एरिया। साडे कोल एक कर्व है जो सानू पोलर कोआर्डिनेट दिता होया, असी एरिया कढ़ना इसका कार्डिएट का। r इज इक्वल टू a इंटू 1 माइनस cos थीटा वेयर a इज पॉजिटिव। हुण इस साडे कोल इस फिगर नू देख क्योंकि इस कार्डिएट का ग्राफ ये है तो ये क्लीयर है कि ये एक्स एक्सिस के अबाउट सिमिट्रिकल है। ये साडी जिहड़ी ये लाइन हैगी है ये थीटा 0 है, जिमें जिमें सीधे जाने थीटा वेरी करता जाता है। तो थीटा 0 तो लैके पाई तक रहेगा एंड आर की वैल्यू जी है वो 0 तो लैके ए इंटू 1 माइनस कॉस थीटा रहेगी। तो एरिया होएगा आर डी थीटा डबल इंटीग्रेशन। क्योंकि ये कर्व है सिमिट्रिकल है अबाउट दिस इनिशियल लाइन, इसका मतलब है कि जिन्ना एरिया ऊपर होएगा उन्ना ही नीचे होएगा। असी इसका डबल करांगे। पहला असी आर दी लिमिट्स क्योंकि वेरीएबल ने असी विद रिस्पैक्ट टू आर असी इंटीग्रेट करते हैं। तो आर का इंटीग्रेशन होएगा r²/2। असी अपर तो लोअर लिमिट्स पुट करो, साडे कोल ए आ गया। अगेन साडे कोल इसकी वैल्यू आ गई sin² θ/2। असी θ/2 टी पुट करते हैं। इस तो साडे कोल dθ2 dt आ गया। वैन थीटा इज इक्वल लिमिट चेंज करिए, वैन थीटा इक्वल टू 0 टी इक्वल टू 0 होएगा। वैन थीटा इक्वल टू पाई टी विल बी इक्वल टू π/2। तो एरिया विल बी इक्वल टू 4a² 2 इंटू 0 to π/2 sin 4t dt। sin 4t dt का अपन फॉर्मूला पता असी लोअर क्लास पढ़िया सीगा, जिसकी वैल्यू साडे कोल ए आ रही है। नेक्स्ट है वॉल्यूम बाय यूज ऑफ ट्रिपल इंटीग्रेशन। जो साडे कोल कर्व दिता होया है, साडे कोल सरफेस सॉरी जो बॉडी दी हुई है वो कार्टेशियन कोऑर्डिनेट्स की इक्वेशन साडे कोल ए से यूज करांगे। एंड फॉर सिलेंड्रिकल कोऑर्डिनेट्स वी यूज v इज इक्वल टू ट्रिपल इंटीग्रेशन r d थीटा dr dz। and for spherical coordinates v will be equal to triple integration r² sin phi. This is a Jacobian value of a Jacobian. This is also value of Jacobian dr d phi and d theta. This is the formula for volume. तो साडे कोल फर्स्ट है एलिप्साइड है, साडे कोल इसका वॉल्यूम फाइंड करना असी। वॉल्यूम दे लई फॉर्मूला ये है क्योंकि साडे कोल कर्व जिहड़ा है वो कार्टेशियन कोऑर्डिनेट्स विच है। हुण असी चेंज करांगे।
we put x upon a is equal to u and y upon b is equal to v and z upon c equal to u w। ਤਾਂ ਸਾਡੇ ਕੋਲ ਅਸੀਂ ਜੈਕੋਬੀਅਨ ਦੇਖੀਏ, x ਸਾਡੇ ਕੋਲ ਆ ਰਿਹਾ a u, y ਆ ਰਿਹਾ ਸਾਡੇ ਕੋਲ b u b v ਐਂਡ z ਆ ਰਿਹਾ ਸਾਡੇ ਕੋਲ c w। ਤਾਂ ਕਰਲੀ x y z upon ਕਰਲੀ u v w will be equal to abc। ਅਸੀਂ ਕੈਲਕੂਲੇਟ ਕਰੀਏ ਤਾਂ ਇਸ ਦੇ ਜੈਕੋਬੀਅਨ ਦੀ ਵੈਲਿਊ ਸਾਡੇ ਕੋਲ abc ਆਏਗੀ। ਤਾਂ ਵੋਲਿਊਮ ਆਫ ਦਿਸ ਰਿਕੁਆਇਰਡ ਵੋਲਿਊਮ ਬਿਕਮਸ ਟ੍ਰਿਪਲ ਇੰਟੀਗ੍ਰੇਸ਼ਨ ਜੈਕੋਬੀਅਨ ਇਨਟੂ ਡੀ ਯੂ ਡੀ ਵੀ ਡੀ ਡਬਲਿਊ। ਹੁਣ ਅਸੀਂ ਇਸ ਦੀਆਂ ਵੈਲਿਊਜ਼ ਪੁੱਟ ਕਰੀਏ, x upon a u ਹੈ ਤਾਂ ਦਿਸ left side becomes u square plus v square plus w square is equal to 1, this is sphere। ਤਾਂ ਇਸ ਟਰਾਂਸਫੋਰਮੇਸ਼ਨ ਦੇ ਨਾਲ ਸਾਡੇ ਕੋਲ ਜਿਹੜਾ ਰੀਜਨ ਹੈ ਜਿਸ ਦੇ ਉੱਪਰ ਅਸੀਂ ਇੰਟੀਗ੍ਰੇਟ ਕਰਨਾ, ਜਿਸ ਦੇ ਉੱਪਰ ਵੋਲਿਊਮ ਕੱਢਣਾ, ਦਿਸ ਇਜ਼ ਟਰਾਂਸਫਾਰਮ ਟੂ ਏ ਸਫੀਅਰ। ਹੁਣ ਅਸੀਂ ਸਫੈਰੀਕਲ ਰੀਜਨ ਦੇ ਲਈ ਸਫੈਰੀਕਲ ਕੋਆਰਡੀਨੇਟਸ ਯੂਜ਼ ਕਰਾਂਗੇ। ਤਾਂ u ਪੁੱਟ ਕਰਾਂਗੇ r sin phi cos theta, v is equal to r sin phi sin theta and w is equal to r cos phi। ਇਸ ਦਾ ਜਿਹੜਾ ਕਰਲੀ u v w upon ਕਰਲੀ r theta and phi, this Jacobian will be equal to r square sin square phi। ਅਸੀਂ ਆਲਰੇਡੀ ਇਸ ਨੂੰ ਕੈਲਕੂਲੇਟ ਕੀਤਾ ਸੀ ਜੈਕੋਬੀਅਨ ਵਾਲੇ ਲੈਸਨ ਦੇ ਵਿੱਚ। ਹੁਣ ਸਾਡੇ ਕੋਲ ਵੋਲਿਊਮ a ਆ ਜਾਏਗਾ, ਇਹ ਜੈਕੋਬੀਅਨ ਹੈ ਤਾਂ ABC ਸਾਡੇ ਕੋਲ ਆਲਰੇਡੀ ਹੈ, ਜੈਕੋਬੀਅਨ ਦੀ ਵੈਲਿਊ r square sin square phi ਹੈ dr d theta d phi। ਤਾਂ ਸਾਨੂੰ ਪਤਾ ਹੈ ਕਿ ਜਿਹੜਾ ਸਾਡੇ ਕੋਲ ਸਫੈਰੀਕਲ ਕੋਆਰਡੀਨੇਟਸ ਨੇ ਉਸ ਦੇ ਵਿੱਚ ਲਿਮਿਟਸ ਜਿਹੜੀਆਂ ਹੁੰਦੀਆਂ ਨੇ r ਦੀਆਂ ਉਹ 0 to 1 ਹੋਏਗੀ and phi varies from 0 to pi and theta varies from 0 to 2 pi। ਤਾਂ ਅਸੀਂ ਇਸ ਦਾ ਇੰਟੀਗਰਲ ਕਰੀਏ ਕਿਉਂਕਿ ਵੇਰੀਏਬਲ ਸੈਪਰੇਸ਼ਨ ਹੋ ਜਾਏਗੀ, ਅਸੀਂ ਅਲੱਗ-ਅਲੱਗ ਤਿੰਨੋਂ ਇੰਟੀਗਰਲ ਨੂੰ ਐਵੈਲੂਏਟ ਕਰਦੇ ਹਾਂ। ਸਾਡੇ ਕੋਲ ਇਸ ਦੀ ਵੈਲਿਊ ਜਿਹੜੀ ਆਏਗੀ 4 pi by 3 abc। now see this example, find the volume of tetrahedron bounded by the coordinates planes and the plane where abc are positive। ਇਹ ਸਾਡਾ ਰਿਕੁਆਰਡ ਵੋਲਿਊਮ ਹੋਏਗਾ। ਅਸੀਂ ਇਸ ਨੂੰ ਪੁੱਟ ਕਰਦੇ ਹਾਂ x upon a ਨੂੰ ਕੈਪੀਟਲ x, y upon b ਨੂੰ ਕੈਪੀਟਲ y, z upon c ਨੂੰ ਕੈਪੀਟਲ z। ਦੈਨ dx dy ਤੇ dz ਬਣ ਜਾਏਗਾ abc dx dy dz। ਜੈਕੋਬੀਅਨ ਦੀ ਵੈਲਿਊ ਜਿਹੜੀ ਇਸ ਟਰਾਂਸਫੋਰਮੇਸ਼ਨ ਵਿੱਚ ਆਏਗੀ abc। ਤਾਂ this volume is transformed to this volume with the limits x capital X varies from। ਅਸੀਂ ਇਸ ਦੀ ਗੱਲ ਕਰੀਏ, ਇਸ ਵਿੱਚ ਪਹਿਲਾਂ ਲਿਮਿਟਸ x ਦੀਆਂ y ਦੀਆਂ z ਦੀਆਂ ਜਿਸ ਮਰਜ਼ੀ ਲੈ ਸਕਦੇ ਹਾਂ। ਫਿਰ x ਤੇ y ਨੂੰ 0 ਪੁੱਟ ਕਰੀਏ ਤਾਂ z ਜਿਹੜਾ ਹੈ x ਤੇ y ਦੋਨੋਂ 0 ਪੁੱਟ ਕਰ ਦਿਓ ਤਾਂ z 0 to 1 ਆ ਜਾਏਗਾ। ਜੇ ਅਸੀਂ ਇਕੱਲਾ ਸਿਰਫ x ਨੂੰ 0 ਪੁੱਟ ਕਰੀਏ ਤਾਂ y will be 0 to 1 minus z ਤੇ ਅਗੇਨ x ਆਏਗਾ ਸਾਡੇ ਕੋਲ 1 minus z minus y। ਤਾਂ x ਦੀਆਂ ਲਿਮਿਟਸ ਜਿਹੜੀਆਂ ਹੈ ਵੇਰੀਏਬਲ ਨੇ, ਇਹ x ਦੀਆਂ ਲਿਮਿਟਸ ਨੇ, ਇਹ y ਦੀਆਂ ਲਿਮਿਟਸ ਨੇ, ਇਹ z ਦੀਆਂ ਲਿਮਿਟਸ ਨੇ। ਸੋ ਵਿਦ ਰਿਸਪੈਕਟ ਟੂ x ਪਹਿਲਾਂ ਇੰਟੀਗ੍ਰੇਟ ਕਰਾਂਗੇ ਆਪਾਂ, dx ਦਾ ਇੰਟੀਗ੍ਰੇਸ਼ਨ x ਅਪਰ ਤੇ ਲੋਅਰ ਲਿਮਿਟਸ ਪੁੱਟ ਕਰੋ। ਫਿਰ ਵਿਦ ਰਿਸਪੈਕਟ ਟੂ y ਕਰਾਂਗੇ ਤੇ y ਦਾ ਇੰਟੀਗ੍ਰੇਸ਼ਨ ਸਾਡੇ ਕੋਲ ਰਿਸਪੈਕਟ ਟੂ y ਕਰੀਏ ਤਾਂ ਇਹ ਆ ਗਿਆ, ਇਸ ਦੀਆਂ ਲਿਮਿਟਸ ਜਿਹੜੀਆਂ ਅਪਰ ਤੇ ਲੋਅਰ ਲਿਮਿਟਸ ਪੁੱਟ ਕਰੋ। ਅਗੇਨ ਸਾਡੇ ਕੋਲ ਫਿਰ ਵਿਦ ਰਿਸਪੈਕਟ ਟੂ ਅਸੀਂ z ਕਰਾਂਗੇ ਕਿਉਂਕਿ z ਦੀਆਂ ਲਿਮਿਟਸ ਕੌਨਸਟੈਂਟ ਸੀ, ਇਸ ਕਰਕੇ ਸਭ ਤੋਂ ਲਾਸਟ 'ਚ ਅਸੀਂ z ਦੇ ਵਿਦ ਰਿਸਪੈਕਟ ਟੂ ਅਸੀਂ ਇੰਟੀਗ੍ਰੇਟ ਕੀਤਾ। ਇੰਟੀਗ੍ਰੇਸ਼ਨ ਤੋਂ ਬਾਅਦ ਸਾਡੇ ਕੋਲ ਇਸ ਦੀ ਵੈਲਿਊ ਆ ਰਹੀ ਹੈ abc/6। ਤਾਂ ਇਹ ਕੁਛ ਕੁਐਸਚਨਸ ਜਿਹਦੇ 'ਚ ਅਸੀਂ ਬਾਈ ਯੂਜ਼ਿੰਗ ਡਬਲ ਇੰਟੀਗ੍ਰੇਸ਼ਨ ਅਸੀਂ ਜਿਹੜਾ ਹੈ ਸਰਫੇਸ ਏਰੀਆ ਕੱਢਿਆ and also by using triple integration we find the volume of a given solid। Thank you students।